लास्ट ਜਿਹੜੇ ਬੁਲਾਰੇ ਨੇ ਸਿੱਪੀ ਗਿੱਲ ਜੀ ਜੋ ਉਹ ਸਾਡੇ ਵੀਰ ਆਪ ਜੀ ਦੇ ਨਾਲ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਸੰਧਿਆ ਵੇਲਾ ਹੋ ਰਿਹਾ ਹੈ, ਸੋਧ ਰਸ ਬਾਣੀ ਦੇ ਜਾਪ ਪਾਉਣਗੇ ਤੇ ਮੈਂ ਬੇਨਤੀ ਕਰਾਂਗਾ ਆਪਣੇ ਵੀਰ ਨੂੰ ਵੀ ਉਹ ਮੈਕ ਤੇ ਆਉਣ। ਸਿੱਪੀ ਗਿੱਲ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵਧਾਈ ਦੇ ਪਾਤਰ ਹੋ। ਅੱਜ ਜੋ ਟਰੈਕਟਰ ਮਾਰਚ ਹੋਇਆ, ਬੜੀਆਂ ਸੋਹਣੀਆਂ ਚੀਜ਼ਾਂ ਜੋ ਪਹਿਲੇ ਦਿਨ ਤੋਂ ਹੁਣ ਤੱਕ ਬਰਕਰਾਰ ਨੇ। ਉੱਥੇ ਸਾਡੇ ਜਿਹੜੇ ਵਲੰਟੀਅਰ ਵੀਰ ਨੇ, ਮੈਂ ਰਸਤੇ 'ਚ ਅਮਤੋਜ ਬਾਈ ਨਾਲ ਗੱਲ ਕਰਦਾ ਸੀ, ਮੈਂ ਕਿਹਾ ਬਾਈ ਵਾਕਈ ਸਲੂਟ ਆ ਕਿ ਆਪਣੇ ਕੰਮਕਾਰ ਛੱਡ ਕੇ ਤੁਸੀਂ ਸਾਰੇ ਜਿੰਨੇ ਸਾਡੇ ਵੀਰ ਵਲੰਟੀਅਰ ਹੋ, ਤੁਸੀਂ ਇੱਥੇ ਰੂਲਸ ਰੈਗੂਲੇਸ਼ਨ ਨੂੰ ਆਪਦੇ ਅੰਡਰ ਰੱਖ ਰਹੇ ਹੋ। ਔਰ ਉਹਨਾਂ ਨੂੰ ਸਮਝਾਇਆ ਜਾ ਰਿਹਾ ਸੀ ਵੀ ਜੇ ਤੁਹਾਨੂੰ ਰਸਤੇ ਵਿੱਚ ਕੋਈ, ਮੈਨੂੰ ਜੋ ਸੁਣਨ ਨੂੰ ਮਿਲਿਆ ਵੀ ਜੇ ਤੁਹਾਨੂੰ ਕੋਈ ਗਾਲ ਵੀ ਕੱਢਦਾ ਤਾਂ ਅੱਗੋਂ ਲੜਨਾ ਨਹੀਂ, ਹੱਥ ਜੋੜ ਕੇ ਉਹਨੂੰ ਮੈਨੇਜ ਕਰਨਾ ਆ। ਇੱਕ ਵਾਰੀ ਤਾੜੀ ਮਾਰੋ ਸਾਡੇ ਭਰਾਵਾਂ ਵਾਸਤੇ। ਸਾਡੀ ਕੌਮ ਨੂੰ ਆਲਵੇਸ ਇਸੇ ਤਰ੍ਹਾਂ ਬਦਨਾਮ ਕੀਤਾ ਜਾਂਦਾ ਸੀ ਕਿ ਇਹ ਸਿਰਫਰੇ ਨੇ, ਇਹ ਲੜਨ ਨੂੰ ਸ਼ੇਰ ਹੁੰਦੇ ਨੇ। ਪਰ ਜੋ ਤੁਸੀਂ ਮਾਨ ਮਰਿਆਦਾ, ਜੋ ਡਿਸਪਲਿਨ ਤੁਸੀਂ ਬਣਾ ਕੇ ਰੱਖਿਆ ਹੋਇਆ, ਇਹ ਬਹੁਤ ਔਖਾ ਆ ਕਿ ਦਿੱਲੀ ਵਰਗੇ ਸ਼ਹਿਰ ਵਿੱਚ ਬੈਠ ਕੇ ਤੁਸੀਂ ਇਸ ਪ੍ਰੋਟੈਸਟ ਨੂੰ ਇੰਨੀ ਸ਼ਾਂਤੀ ਨਾਲ ਚਲਾ ਰਹੇ ਹੋ। ਰਸਤੇ ਵਿੱਚ ਜੋ ਲੰਗਰ ਲੱਗੇ ਸੀ ਇੰਨੇ ਦੇਰ ਤੋਂ ਅੱਜ ਵੀ ਉਵੇਂ ਬਰਕਰਾਰ ਨੇ। ਸੋ ਮੈਂ ਸਾਰਿਆਂ ਨੂੰ ਤੁਹਾਨੂੰ ਵਧਾਈ ਦਿੰਦਾ। ਔਰ ਮੈਂ ਫਿਰ ਤੋਂ ਉਹੀ ਕਹਿੰਦਾ ਕਿ ਮੈਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਸੀ, ਅੱਜ ਵੀ ਨਾਲ ਹਾਂ। ਔਰ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਅਸੀਂ ਇੱਥੇ ਖੜੇ ਮਿਲਾਂਗੇ। ਜੇ ਤੁਸੀਂ ਨਹੀਂ ਵੀ ਆਵਾਜ਼ ਮਾਰੋਗੇ ਤਾਂ ਵੀ ਅਸੀਂ ਇੱਥੇ ਖੜੇ ਮਿਲਾਂਗੇ। ਕਿਉਂਕਿ ਜਿੱਦਾਂ ਹੁਣ 5 ਤਰੀਕ ਨੂੰ ਬਾਈ ਜੀ ਹੋਰਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਆਪਾਂ ਜੋ 200 ਬੰਦੇ ਦਾ ਕਾਫਲਾ ਜਾਂਦਾ ਉਹਦੇ ਵਿੱਚ ਮੈਂ ਵੀ ਨਾਲ ਜਾਣਾ, ਤਾਂ ਮੈਂ ਆਪਣਾ ਆਧਾਰ ਕਾਰਡ ਭੇਜਿਆ ਸੀਗਾ। ਪਰ ਬਾਅਦ ਦੇ ਵਿੱਚ ਕੋਈ ਪ੍ਰੋਗਰਾਮ ਚੇਂਜ ਹੋਇਆ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਕਲਾਕਾਰ ਨਹੀਂ ਹੈਗੇ, ਅਸੀਂ ਤੁਹਾਡੇ ਵਰਗੇ ਕਿਸਾਨ ਆ। ਤੁਸੀਂ ਜਿੱਥੇ ਜਾਣ ਨੂੰ ਕਹੋਗੇ ਅਸੀਂ ਉੱਥੇ ਜਾਵਾਂਗੇ, ਸਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ। ਔਰ ਜਿੱਦਾਂ ਰੌਣੀ ਸਾਹਿਬ ਨੇ ਦੱਸਿਆ ਕਿ ਜਿਹੜੇ ਨੁਮਾਇੰਦੇ ਨੇ ਇਹ ਸਾਡੇ ਚੁਣੇ ਹੋਏ ਨੇ, ਅਮਤੋਜ ਬਾਈ ਹੋਰਾਂ ਨੇ ਵੀ ਸਾਰਿਆਂ ਨੇ ਸੇਮ ਗੱਲ ਕੀਤੀ ਕਿ ਸਾਡੇ ਚੁਣੇ ਹੋਏ ਨੇ। ਉਹਨਾਂ ਨੂੰ ਸਵਾਲ ਕਰੋ ਜਦੋਂ ਸਾਡੇ ਪਿੰਡਾਂ ਵਿੱਚ ਆਉਂਦੇ ਨੇ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ। ਤੁਹਾਨੂੰ ਵੋਟ ਜ਼ਰੂਰ ਪਾਵਾਂਗੇ, ਪਰ ਤਾਂ ਪਾਵਾਂਗੇ ਪਹਿਲਾਂ ਦੱਸੋ ਸਾਡੇ ਲਈ ਕੀਤਾ ਕੀ ਹੈ। ਕਿਉਂਕਿ ਉਹਨਾਂ ਨੁਮਾਇੰਦਿਆਂ ਦਾ ਹੱਕ ਬਣਦਾ ਆ, ਅਸੀਂ ਉਹਨਾਂ ਨੂੰ ਤਾਂ ਚੁਣਦੇ ਹਾਂ ਕਿ ਉਹ ਸਾਡੇ ਵਾਲੀ ਗੱਲ ਜਿਹੜੀ ਹੈਗੀ ਆ ਉਹ ਜਾ ਕੇ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਕਿ ਇਹ ਸਾਡੇ ਮਸਲੇ ਹੱਲ ਕੀਤੇ ਜਾਣ। ਜੇ ਉਹਨਾਂ ਨੇ ਵੋਟਾਂ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠਣਾ ਤਾਂ ਫਿਰ ਵੋਟ ਪਾਉਣ ਦੀ ਲੋੜ ਨਹੀਂ, ਉਹਨਾਂ ਨੂੰ ਵਾਪਸ ਮੋੜੋ। ਲੜਨ ਦੀ ਲੋੜ ਨਹੀਂ, ਝਗੜਨ ਦੀ ਲੋੜ ਨਹੀਂ, ਪਿਆਰ ਨਾਲ ਹੱਥ ਬੰਨ੍ਹ ਕੇ ਕਹੋ ਕਿ ਵਾਪਸ ਚਲੇ ਜਾਓ। ਔਰ ਇੱਕ ਮੁੱਦਾ ਹੋਰ ਹੈ, ਮੈਂ ਬਾਈ ਨਾਲ ਡਿਸਕਸ ਕਰਦਾ ਸੀ, ਮੈਂ ਡੱਲੇਵਾਲ ਸਾਹਿਬ ਨੂੰ ਵੀ ਪੁੱਛਿਆ ਸੀ। ਜੋ ਇਹ ਮੋਰਚਾ ਚੱਲ ਰਿਹਾ ਹੈ ਇਹ ਤੁਹਾਡੇ ਸਾਰਿਆਂ ਦੇ, ਸਾਡੇ ਘਰਾਂ ਦੇ ਵਿੱਚੋਂ ਜੋ 10 ਨਹਾਉ ਦੀ ਕਿਰਤ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ, ਉਹਦੇ ਕਰਕੇ ਚੱਲ ਰਿਹਾ। ਜੋ ਜਿੰਨੀ ਜੋਗਾ ਹੈਗਾ ਆ ਓਨੀ ਜੋਗਾ ਪਾਉਂਦਾ ਆ। ਬਾਹਰਲੇ ਮੁਲਕਾਂ ਤੋਂ ਸਾਡੇ ਭਰਾ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ, ਪਰ ਕੁਛ ਸਾਡੇ ਤੱਕ, ਮੇਰੇ ਤੱਕ ਵੀ ਜਾਂ ਸਾਡੇ ਗਰੁੱਪ ਤੱਕ ਕੁਛ ਇਨਫੋਰਮੇਸ਼ਨਸ ਪਹੁੰਚ ਰਹੀਆਂ ਨੇ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੁਛ ਲੋਕ ਇਹਦਾ ਫਾਇਦਾ ਉਠਾ ਰਹੇ ਨੇ। ਉੱਥੇ ਉਹ ਟਾਰਗੇਟ ਰੱਖ ਰਹੇ ਨੇ ਵੀ ਜੇ ਆਪਾਂ ਕਰੋੜ ਰੁਪਇਆ ਇਕੱਠਾ ਕਰਾਂਗੇ ਤਾਂ ਆਪਾਂ ਕਿਸਾਨਾਂ ਨੂੰ ਭੇਜਣਾ, ਸਾਡੇ ਲਈ ਕੋਈ ਵੱਡੀ ਚੀਜ਼ ਨਹੀਂ। ਪਰ ਬਾਅਦ ਦੇ ਵਿੱਚ ਉਹ ਪੈਸਾ ਇੱਥੇ ਪਹੁੰਚਦਾ ਕਿ ਨਹੀਂ ਪਹੁੰਚਦਾ, ਕੁਛ ਸਾਡੇ ਕੋਲੇ ਉਹਦੇ ਕੁਛ ਕੁ ਸਬੂਤ ਵੀ ਆਏ ਨੇ। ਮੈਂ ਚਾਹੁੰਦਾ ਕਿ ਉਹਨਾਂ ਨੂੰ ਕੁਐਸਚਨ ਕੀਤਾ ਜਾਵੇ, ਸਾਡੀ ਜਥੇਬੰਦੀਆਂ ਨੂੰ ਪੁੱਛਣ ਕਿ ਤੁਸੀਂ ਇਹ ਜਿਹੜਾ ਪੈਸਾ ਹੈ ਕਿੱਥੇ ਪਹੁੰਚਦਾ ਕੀਤਾ। ਜੇ ਉਹ ਪੈਸਾ ਇੱਥੇ ਪਹੁੰਚਦਾ ਹੋਇਆ ਤਾਂ ਫਿਰ ਬਹੁਤ ਚੰਗੀ ਗੱਲ ਆ, ਉਹ ਵਧਾਈ ਦੇ ਪਾਤਰ ਨੇ। ਪਰ ਜੇ ਨਹੀਂ ਪਹੁੰਚਦਾ ਹੋਇਆ ਤਾਂ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ। ਔਰ ਜੋ ਵੀ ਤੁਸੀਂ ਬਾਹਰ ਤਿਲ ਫੁੱਲ ਜੋ ਵੀ ਤੁਸੀਂ ਇਕੱਠਾ ਕਰਦੇ ਹੋ, ਸਾਡੇ ਸਟੂਡੈਂਟ ਭਰਾ ਨੇ ਜਾਂ ਸਾਡੇ ਜਿਹੜੇ ਪੁਰਾਣੇ ਗਏ ਹੋਏ ਪੰਜਾਬੀ ਨੇ, ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੈ, ਉਹ ਸਹੀ ਥਾਂ 'ਤੇ ਪਹੁੰਚਣੀ ਜ਼ਰੂਰੀ ਹੈ। ਅਤੇ ਉਹ ਜਿਹੜੀ ਜੋ ਵੀ ਅਮਾਊਂਟ ਆ ਉਹ ਮੈਂ ਡੱਲੇਵਾਲ ਸਾਹਿਬ ਨੂੰ ਜ਼ਰੂਰ ਕਹੂੰਗਾ ਕਿ ਤੁਸੀਂ ਜਿਹੜੀਆਂ ਜਥੇਬੰਦੀਆਂ ਨੇ, ਤੁਸੀਂ ਚਾਹੇ ਹੁਣ ਚਾਹੇ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੂੰ ਦੱਸੋ ਕਿ ਤੁਸੀਂ ਇੱਥੇ ਪਹੁੰਚਦੀਆਂ ਕਰੋ। ਸੋ ਥੈਂਕ ਯੂ ਸੋ ਮਚ। ਆਖਰ ਦੇ ਵਿੱਚ ਬੋਲੇ ਸੋ ਨਿਹਾਲ, ਜਿਉਂਦੇ ਵਸਦੇ ਰਹੋ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਹੈ ਜੀ ਵੀਰ ਸਿੱਪੀ ਗਿੱਲ ਦਾ। ਅਤੇ ਹੁਣ ਅਖੀਰ ਦੇ ਵਿੱਚ ਮੈਂ ਆਪਣੇ ਜੋ ਇੱਥੇ ਸਤਿਕਾਰਯੋਗ ਆਗੂ ਆਏ ਨੇ, ਸਰਦਾਰ ਬਲੇਜ ਸਿੰਘ ਜੀ ਸਿਰਸਾ, ਜਗਜੀਤ ਸਿੰਘ ਜੀ ਡੱਲੇਵਾਲ, ਡਾਕਟਰ ਦਰਸ਼ਨਪਾਲ ਜੀ, ਸਰਦਾਰ ਓਂਕਾਰ ਸਿੰਘ ਜੀ ਗੌਲ, ਸਰਦਾਰ ਬੂਟਾ ਸਿੰਘ ਜੀ, ਸਾਰਿਆਂ ਅੱਗੇ ਬੇਨਤੀ ਕਰਾਂਗਾ ਜੇ ਸਾਡੇ ਸਤਿਕਾਰਯੋਗ ਅੱਜ ਆਏ ਨੇ ਸਾਡੇ ਵੀਰ, ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਅਤੇ ਮੈਂ ਉਹਦੇ ਵਿੱਚੋਂ ਬਾਅਦ ਦੇ ਵਿੱਚ ਸੋਧ ਰਸ ਬਾਣੀ ਦੇ ਜਾਪ ਪਾਉਣਗੇ। ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਸਿੰਘ ਰਟੌਲ, ਮਲਕੀਤ ਰੋਨੀ ਜੀ, ਮਹਿਤਾਬ ਵਿਰਕ ਜੀ, ਬਾਈ ਅਮਰਦੀਪ ਜੀ, ਗੁਰਵਿੰਦਰ ਬਰਾੜ ਜੀ, ਅਮਤੋਜ ਮਾਨ ਜੀ, ਰਾਜਵੀਰ ਜਵੰਦਾ ਜੀ, ਦਵਿੰਦਰ ਸ਼ਰਮਾ ਜੀ, ਸਿੱਪੀ ਗਿੱਲ ਜੀ, ਇਹਨਾਂ ਸਾਰੇ ਵੀਰਾਂ ਨੂੰ
ਸਾਡੇ ਸਤਿਕਾਰਯੋਗ ਜੋ ਆਗੂ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ, ਸਰਦਾਰ ਬਲਦੇਵ ਸਿੰਘ ਜੀ ਸਿਰਸਾ ਜੀ, ਡਾਕਟਰ ਦਰਸ਼ਨਪਾਲ ਜੀ, ਸਰਦਾਰ ਅੰਕਾਰ ਸਿੰਘ ਜੀ ਅੰਗੋਲ, ਸਰਦਾਰ ਬੂਟਾ ਸਿੰਘ ਜੀ ਸਾਦੀਪੁਰ, ਇਹਨਾਂ ਸਾਰੇ ਸਾਡੇ ਵੀਰਾਂ ਦਾ ਮਾਨ ਸਨਮਾਨ ਕਰਨਗੇ। ਮੈਂ ਬੇਨਤੀ ਕਰਾਂਗਾ ਅਗਲੇ ਬੰਨੇ ਆ ਜਾਣ। ਹੁਣ ਮੈਂ ਬੇਨਤੀ ਕਰਾਂਗਾ ਗੁਰਵਿੰਦਰ ਬਰਾੜ ਜੀ ਨੂੰ, ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ, ਡਾਕਟਰ ਦਰਸ਼ਨਪਾਲ ਜੀ ਸਨਮਾਨਿਤ ਕਰ ਰਹੇ ਨੇ। ਬੋਲੇ ਸੋ ਨਿਹਾਲ। ਗੁਰਪ੍ਰੀਤ ਜੀ ਟੋਲ ਜੀ, ਬੋਲੇ ਸੋ ਨਿਹਾਲ। ਬਹੁਤ ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਜੀ ਰੋਨੀ, ਬੋਲੇ ਸੋ ਨਿਹਾਲ। ਮਹਿਤਾਬ ਵਿਰਕ ਜੀ, ਬੋਲੇ ਸੋ ਨਿਹਾਲ। ਭਾਈ ਅਮਰਦੀਪ ਜੀ, ਬੋਲੇ ਸੋ ਨਿਹਾਲ। ਸਿੱਪੀ ਗਿੱਲ ਜੀ, ਬੋਲੇ ਸੋ ਨਿਹਾਲ। ਭਾਈ ਅਮਤੋਜ ਮਾਨ ਜੀ ਅੱਗੇ ਆਓ ਜੀ। ਮੈਂ ਸਾਰੇ ਆਗੂਆਂ ਨੂੰ ਕਵਾਂਗਾ ਅਗਲੇ ਬੰਨੇ ਆਣ ਕੇ ਸਾਰੇ ਇਹਨਾਂ ਦਾ ਸਤਿਕਾਰ ਕਰਨ ਜੀ। ਬੋਲੇ ਸੋ ਨਿਹਾਲ। ਵੀਰ ਰਾਜਵੀਰ ਜਵੰਦਾ ਜੀ, ਬੋਲੇ ਸੋ ਨਿਹਾਲ। ਹੁਣ ਜੋ ਖੇਤੀਬਾੜੀ ਮਾਹਿਰ ਡਾਕਟਰ ਦਵਿੰਦਰ ਸ਼ਰਮਾ ਜੀ, ਸਰਦਾਰ ਅੰਕਾਰ ਸਿੰਘ ਜੀ ਅੰਗੋਲ ਜੀ, ਸਾਰੇ ਆਣ ਕੇ ਇਹਨਾਂ ਦਾ ਸਨਮਾਨਿਤ ਕੀਤਾ ਜਾਂਦਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ, ਜਿਨ੍ਹਾਂ ਨੇ ਇੱਥੇ ਹਾਜ਼ਰੀ ਭਰੀ ਹੈ। ਇੱਕ ਸਵਾਲ ਛੱਡਿਆ ਸਿੱਪੀ ਗਿੱਲ ਜੀ ਹੋਰਾਂ ਨੇ, ਮੈਂ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਇੱਕ ਗੱਲ ਲਿਆ ਦਿਆਂ। ਪਿਛਲੇ ਦਿਨਾਂ ਦੇ ਵਿੱਚ ਕੋਈ ਫੋਰਨ ਤੋਂ ਚੈਨਲ ਹੈ, ਉਹਨੇ ਗੱਲਬਾਤ ਦੇ ਲਈ ਦਾਸ ਨੂੰ ਉਸ ਗੱਲਬਾਤ ਦੇ ਵਿੱਚ ਜੋੜਿਆ ਤੇ ਲਗਾਤਾਰ 3.5 ਘੰਟੇ ਸਾਡੀ ਗੱਲਬਾਤ ਹੋਈ। ਉਹਦੇ ਵਿੱਚ ਇੱਕ ਸਵਾਲ ਆਇਆ ਸੀ। ਹੁਣ ਉਹ ਸਵਾਲ ਦਾ ਅਸੀਂ ਜਵਾਬ ਦਿੰਦੇ ਹਾਂ। ਤੁਸੀਂ ਫੌਰਨ ਵਾਲੇ ਸਾਰੇ ਵੀਰਾਂ ਤੱਕ ਇਹ ਗੱਲ ਪਹੁੰਚਦੀ ਕਰ ਦਿਓ। ਚੈਨਲਾਂ ਦੇ ਰਾਹੀਂ ਫੌਰਨ ਵਾਲੇ ਵੀਰਾਂ ਤੱਕ ਇਹ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ। ਉਸ ਦਿਨ ਸਵਾਲ ਇਹ ਸੀ ਕਿ ਜੀ ਅਸੀਂ ਵਾਈਟ ਹਾਊਸ ਦੇ ਸਾਹਮਣੇ ਖੜ੍ਹ ਕੇ ਰੋਜ਼ ਪ੍ਰੋਟੈਸਟ ਕਰਦੇ ਹਾਂ ਔਰ ਕੁਝ ਦਿਨਾਂ ਤੋਂ ਸਾਡੇ ਮਨ ਨੂੰ ਸੱਟ ਲੱਗੀ ਹੈ। ਕੀ ਸੱਟ ਲੱਗੀ ਹੈ? ਕਹਿੰਦੇ ਇੱਥੇ ਕੁਝ ਆਦਮੀ ਬੀਜੇਪੀ ਦੇ ਨੇ ਤੇ ਉਹਨਾਂ ਨੇ ਇਹ ਅਨਾਉਂਸਮੈਂਟ ਕਰ ਰੱਖਿਆ, ਬੈਨਰ ਲਾ ਰੱਖਿਆ ਹੈ ਕਿ ਅਸੀਂ SKM ਤੋਂ ਭਾਵ ਸੰਯੁਕਤ ਕਿਸਾਨ ਮੋਰਚਾ ਤੋਂ ਅਪਰੂਵਲ ਲਈ ਹੈ ਇੱਥੇ ਇੱਕ ਵੱਖਰਾ SKM ਚਲਾਉਣ ਦੀ ਬਾਹਰਲੇ ਮੁਲਕਾਂ 'ਚ। ਅਸੀਂ ਸਪਸ਼ਟ ਕਰਦੇ ਹਾਂ, ਮੈਂ ਸਾਰੇ ਹੀ SKM ਦੇ ਇਕੱਲੇ ਲੀਡਰ ਤੋਂ ਪੁੱਛ ਲਿਆ, ਗੱਲ ਹੋ ਗਈ ਸਾਡੀ ਕਲੀਅਰ ਹੈ। ਅਸੀਂ ਇੱਕ ਦਿਨ ਪ੍ਰੈਸ 'ਚ ਵੀ ਦੇਤੀ ਗੱਲ। ਇਹ ਕਿਸੇ ਤਰ੍ਹਾਂ ਦਾ ਕੋਈ ਵੀ ਪੂਰੇ ਹਿੰਦੁਸਤਾਨ 'ਚ ਜਾਂ ਬਾਹਰ ਪੂਰੇ ਵਰਲਡ 'ਚ SKM ਦਾ ਕੋਈ ਵੱਖਰਾ ਚੈਪਟਰ ਨਹੀਂ ਚੱਲਦਾ, ਕੋਈ ਵੱਖਰੀ ਬ੍ਰਾਂਚ ਨਹੀਂ ਚੱਲਦੀ। ਅਗਰ ਕੋਈ ਚਲਾ ਰਿਹਾ ਤਾਂ ਸਮਝ ਲਓ ਤੁਹਾਡੇ ਅੰਦੋਲਨ ਦੇ ਨਾਂ 'ਤੇ ਕੋਈ ਗੜਬੜ ਕਰਨੀ ਚਾਹੁੰਦਾ ਹੈ, ਕੋਈ ਤੁਹਾਡੇ ਅੰਦੋਲਨ ਨੂੰ ਮਿਸਯੂਜ਼ ਕਰਨਾ ਚਾਹੁੰਦਾ। ਕੋਈ ਇਹੋ ਜਿਹਾ ਕੋਈ ਕਿਸੇ ਤਰ੍ਹਾਂ ਦਾ ਕੋਈ ਬ੍ਰਾਂਚ ਕੋਈ ਸ਼ਾਖਾ ਨਹੀਂ। ਦੂਸਰੀ ਜਿਹੜੀ ਗੱਲ ਕਹੀ ਹੈ, ਦੇਖੋ ਫੌਰਨ ਦੇ ਵਿੱਚੋਂ ਬਹੁਤ ਸਾਰੇ ਵੀਰਾਂ ਨੇ, ਸਾਡੇ ਬੱਚੇ ਨੇ, ਬੜੇ ਰਿਸਪੈਕਟਡ ਨੇ, ਅੰਦੋਲਨ ਨੂੰ ਬੜੀ ਸਪੋਰਟ ਦਿੱਤੀ ਹੈ। ਜਿਸ ਤਰੀਕੇ ਦੇ ਨਾਲ ਗਿੱਲ ਸਾਹਿਬ ਨੇ ਗੱਲ ਕਹੀ ਹੈ ਕਿ ਜੀ ਇਹ ਕਿਹਾ ਜਾ ਰਿਹਾ ਵੀ 1 ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਆਪਾਂ ਉੱਥੇ ਭੇਜਣਾ ਹੈ। ਮੇਰਾ ਖਿਆਲ ਹੈ ਅਸੀਂ ਪੜਤਾਲ ਕਰ ਲਾਂਗੇ। ਮੈਨੂੰ ਨਹੀਂ ਪਤਾ ਗਾ ਸਾਡੀ ਜਿਹੜੀ ਇਨਕਮ ਵਾਲੀ ਕਮੇਟੀ ਆ ਜਾਂ ਜਿਹੜੀ ਖਰਚਾ ਕਮੇਟੀ ਆ ਉਹਨਾਂ ਦੇ ਕੋਲੇ ਜੋ ਕੋਈ ਹਿਸਾਬ ਕਿਤਾਬ ਹੈ ਸਾਰਾ ਅਸੀਂ ਪਤਾ ਕਰ ਲਾਂਗੇ। ਮੈਨੂੰ ਨਹੀਂ ਲੱਗਦਾ ਹਜੇ ਕੋਈ ਐਡੀ ਵੱਡੀ ਅਮਾਊਂਟ ਆਈ ਹੋਵੇ। ਆਉਂਦੇ ਹੈਗੇ ਨੇ ਪੈਸੇ, ਕੋਈ ਦੋ ਰਾਵਾਂ ਨਹੀਂ, ਲੇਕਿਨ ਮੈਨੂੰ ਨਹੀਂ ਲੱਗਿਆਗਾ ਕਿ ਅੱਜ ਤੱਕ ਕੋਈ ਐਡੀ ਵੱਡੀ ਅਮਾਊਂਟ ਆਈ ਹੋਵੇ। ਫਿਰ ਵੀ ਅਸੀਂ ਕਲੀਅਰ ਕਰ ਲਾਂਗੇ, ਕਲੀਅਰ ਕਰਕੇ ਦੱਸ ਦਿਆਂਗੇ। ਇਸੇ ਤਰ੍ਹਾਂ ਫਿਰ ਮਤਲਬ ਉਹ ਸਾਰਿਆਂ ਦੇ ਸਾਹਮਣੇ ਗੱਲ ਲੈ ਆਵਾਂਗੇ।
ਪਰ ਇਹ ਮੇਰੀ ਬੇਨਤੀ ਜ਼ਰੂਰ ਹੈ ਵੀ ਜੇ ਕਿਤੇ ਵੀ ਹੈ ਕੋਈ ਵੀ ਵੀਰ ਕਰ ਰਿਹਾ ਹੈ ਉਹ ਕਿਸਾਨ ਅੰਦੋਲਨ ਦੇ ਨਾਂ 'ਤੇ ਜੇ ਕਰਦਾ ਹੈ ਤਾਂ ਉਹਨੂੰ ਕੋਈ ਜ਼ਰੂਰੀ ਅਸੀਂ ਇਹ ਨਹੀਂ ਕਵਾਂਗੇ ਕਿ ਉਹ ਸਾਡੇ ਇੱਥੇ ਆ ਕੇ ਜੀ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਓ। ਅੰਦੋਲਨਕਾਰੀ ਬੈਠੇ ਨੇ, ਪਿੱਛੇ ਤਿੱਕਰ ਬੈਠੇ ਨੇ, ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਲੋੜ ਵੀ ਮੁਹੱਈਆ ਉਹ ਚੀਜ਼ਾਂ ਵੀ ਮੁਹੱਈਆ ਕਰਵਾ ਸਕਦੇ ਨੇ, ਉਹ ਕੋਈ ਦਿੱਕਤ ਨਹੀਂ ਹੈ। ਤੇ ਜੇਕਰ ਕੋਈ ਮਤਲਬ ਅਜਿਹਾ ਕਰਦਾ ਹੈ ਕਿ ਇੱਥੇ ਕੋਈ ਪਹੁੰਚਦੀ ਵੀ ਨਹੀਂ ਚੀਜ਼ ਤਾਂ ਮੈਨੂੰ ਲੱਗਦਾ ਉਹ ਗੱਲ ਠੀਕ ਨਹੀਂ ਹੋਏਗੀ। ਉਹ ਤੇ ਫਿਰ ਮਤਲਬ ਪੜਤਾਲ ਦਾ ਵਿਸ਼ਾ ਹੈ। ਹੋ ਸਕਦਾ ਉਹ ਵਿਚਾਰੇ ਭੇਜ ਹੀ ਰਹੇ ਹੋਣ, ਅਸੀਂ ਐਵੇਂ ਉਹਨਾਂ ਨੂੰ ਬਲੇਮ ਕਰ ਦਈਏ, ਇਹ ਵੀ ਗੱਲ ਵਾਜਬ ਨਹੀਂ ਹੈ। ਇਹ ਪੜਤਾਲ ਦਾ ਵਿਸ਼ਾ, ਪੜਤਾਲ ਕਰ ਲਾਂਗੇ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਕਲਾਕਾਰ ਵੀਰਾਂ ਨੇ, ਸਾਡੇ ਖੇਤੀਬਾੜੀ ਮਾਹਰ ਡਾਕਟਰ ਦਵਿੰਦਰ ਸ਼ਰਮਾ ਜੀ ਨੇ ਜਿਸ ਤਰੀਕੇ ਦੇ ਨਾਲ ਆ ਕੇ ਬੜੇ ਕੰਮ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਪੂਰੇ ਸੰਯੁਕਤ ਮੋਰਚਾ ਵੱਲੋਂ ਫਿਰ ਦੁਬਾਰਾ ਸਾਰੇ ਹੀ ਆਏ ਮਹਿਮਾਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰੇ ਆਗੂ ਸਾਹਿਬਾਨਾਂ ਵੱਲੋਂ, ਸਮੁੱਚੇ ਸੰਯੁਕਤ ਮੋਰਚਾ ਵੱਲੋਂ ਇੱਕ ਤੁਹਾਡਾ ਚੱਲ ਕੇ ਆਇਆ ਕਦਮ ਸਾਡੇ ਸਿਰ ਮੱਥੇ ਆ, ਅਸੀਂ ਸਵੀਕਾਰਦੇ ਹਾਂ। ਔਰ ਧੰਨਵਾਦ, ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।